ਲਗਭਗ 30-32 ਸਾਲ 28 ਸਾਲ ਇਹ ਜਿਹੜਾ ਸਮਾਂ ਬਣਦਾ ਹੈ, ਇਹ ਸਮਾਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਰਹੇ 6ਵੇਂ ਔਰ 7ਵੇਂ ਪਾਤਸ਼ਾਹ। ਇੱਥੇ ਇੱਕ ਮਾਈ ਬਿਰਧ ਅਵਸਥਾ ਦੇ ਵਿੱਚ, ਜਿਹਦੇ ਘਰ ਕਹਿੰਦੇ ਖਾਣ ਨੂੰ ਆਟਾ ਨਹੀਂ ਸੀ, ਪਹਿਨਣ ਨੂੰ ਕੱਪੜਾ ਨਹੀਂ ਸੀ, ਬਹੁਤ ਗਰੀਬ ਸੀ। ਔਰ ਉਸ ਗਰੀਬ ਬਿਰਧਾ ਮਾਈ ਨੂੰ ਮਨ ਦੇ ਵਿੱਚ ਚਾਹ ਪੈਦਾ ਹੋਇਆ, ਸ਼ਰਧਾ ਪੈਦਾ ਹੋਈ ਕਿ ਮੈਂ ਆਪਣੇ ਹੱਥੀਂ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਗੁਰੂ ਹਰਿਰਾਏ ਸਾਹਿਬ ਜੀ ਨੂੰ। ਉਦਮ ਕੀਤਾ, ਦੂਸਰੇ ਲੋਕਾਂ ਦੇ ਘਰ ਭਾਂਡੇ ਮਾਂਜਦੀ ਸੀ, ਲੋਕਾਂ ਦੇ ਕੱਪੜੇ ਧੋਣੇ, ਝਾੜੂ ਪੋਚਾ ਕਰਨਾ। ਬਹੁਤ ਗਰੀਬੀ ਸੀ ਘਰ ਦੇ ਵਿੱਚ। ਮਿਹਨਤ ਮਜ਼ਦੂਰੀ ਕਰਕੇ ਉਸ ਮਾਈ ਨੇ ਇੰਨੇ ਕੁ ਪੈਸੇ ਕਮਾ ਲਏ ਵੀ 2 ਰੋਟੀਆਂ ਜੋਗਾ ਆਟਾ ਆ ਜਾਵੇ। 2 ਰੋਟੀਆਂ ਦਾ ਆਟਾ, ਥੋੜ੍ਹਾ ਜਿਹਾ ਥਿੰਦਾ ਘਿਓ ਲਿਆ ਕੇ 2 ਪ੍ਰਸ਼ਾਦੇ ਬਣਾਏ, ਘਿਓ ਦੇ ਨਾਲ ਚੋਪੜ ਕੇ। ਦਾਲ ਸਬਜ਼ੀ ਕੋਈ ਬਣੀ ਕੋਈ ਨਹੀਂ ਮਾਈ ਕੋਲੋਂ, ਤੇ ਲੂਣ ਲੈ ਕੇ ਨਾ ਥੋੜ੍ਹਾ ਜਿਹਾ ਪ੍ਰਸ਼ਾਦਿਆਂ ਨੂੰ ਨਮਕ ਲਾ ਕੇ ਤੇ ਤੁਰ ਪਈ ਵੀ ਚਲੋ ਗਰੀਬ ਦਾਵੇ ਦਾ ਪ੍ਰਸ਼ਾਦਾ ਹੈ, ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛਕਾ ਦਿਓ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਲ ਪ੍ਰਸ਼ਾਦੇ ਲੈ ਕੇ ਤੁਰੀ, ਦੁਪਹਿਰ ਢਲ ਗਈ ਸੀ। ਸਤਿਗੁਰੂ ਹਰਿਰਾਏ ਸਾਹਿਬ 2200 ਘੋੜ ਸਵਾਰਾਂ ਨੂੰ ਲੈ ਕੇ, ਨਿਸ਼ਾਨ ਨਗਾਰੇ ਲੈ ਕੇ, ਬੜੀ ਸ਼ਾਨ ਦੇ ਨਾਲ ਘੋੜੇ 'ਤੇ ਸਵਾਰ ਹੋ ਕੇ ਸ਼ਿਕਾਰ ਨੂੰ ਨਿਕਲੇ। ਸਤਿਗੁਰੂ ਜਦੋਂ ਸ਼ਿਕਾਰ ਨੂੰ ਨਿਕਲੇ ਤੇ ਮਾਈ ਦੀ ਨਿਗਾਹ ਪਈ ਵੀ ਜਿਹੜੀ ਗਲੀ 'ਚ ਮਾਈ ਖੜੀ ਸੀ, ਜਾ ਰਹੀ ਸੀ, ਉਸੇ ਗਲੀ 'ਚ ਗੁਰੂ ਸਾਹਿਬ ਆ ਰਹੇ ਸਨ, 7ਵੇਂ ਪਾਤਸ਼ਾਹ। ਮਨ 'ਚ ਸੋਚਣ ਲੱਗ ਪਈ, ਉਦਾਸ ਹੋ ਗਈ, ਨਮੋਸ਼ੀ ਆ ਗਈ। ਮੈਂ ਅਭਾਗਣ ਹਾਂ, ਮੇਰੇ ਕਰਮ ਮਾੜੇ ਹਨ, ਮੈਂ ਗਰੀਬਣੀ ਗੁਰੂ ਸਾਹਿਬ ਨੂੰ 2 ਪ੍ਰਸ਼ਾਦੇ ਵੀ ਨਹੀਂ ਛਕਾ ਸਕਦੀ। ਜੇ ਕਿਤੇ ਬੈਠੇ ਹੁੰਦੇ ਮਹਾਰਾਜ ਦੀਵਾਨ ਵਿੱਚ ਜਾਂ ਘਰ ਵਿੱਚ, ਤੇ ਜਾ ਕੇ ਕਹਿ ਦੇਣਾ ਸੀ, ਮਹਾਰਾਜ ਆ ਗਰੀਬਣੀ ਦੀ ਭੇਟਾ, 2 ਪ੍ਰਸ਼ਾਦੇ ਛਕ ਲਓ। ਮਹਾਰਾਜ ਤਾਂ ਚੜ੍ਹ ਕੇ ਘੋੜੇ 'ਤੇ ਚੱਲੇ ਨੇ, ਹੁਣ ਇਹਨਾਂ ਨੂੰ ਮੈਂ ਪ੍ਰਸ਼ਾਦੇ ਕਿਵੇਂ ਛਕਾਵਾਂਗੀ। ਉਹ ਬਿਰਧਾ, ਉਹ ਗਰੀਬਣੀ, ਉਹ ਸ਼ਰਧਾਲੂ ਮਾਈ ਘੋੜੇ 'ਤੇ ਚੜ੍ਹੇ ਹੋਏ ਸਤਿਗੁਰਾਂ ਦਾ ਜਾਹੋ ਜਲਾਲ ਵੇਖ ਕੇ ਗਲੀ ਦੇ ਇੱਕ ਖੁੰਝੇ 'ਚ ਲੱਗ ਗਈ। ਆਪਣੀ ਕਿਸਮਤ ਨੂੰ ਕੋਸਣ ਲੱਗ ਪਈ ਕਿ ਮੇਰੀ ਕਿਸਮਤ 'ਚ ਗੁਰੂ ਦੀ ਸੇਵਾ ਨਹੀਂ। ਮਹਾਰਾਜ ਉਸੇ ਤਰ੍ਹਾਂ ਘੋੜੇ 'ਤੇ ਚੜ੍ਹੇ ਗਲੀ ਦੇ ਵਿੱਚ ਤੁਰੇ ਜਾਂਦੇ ਨੇ। ਨਾਲ 2200 ਫੌਜ ਹੈ ਗੁਰੂ ਦੀ, ਨਗਾਰੇ ਵੱਜ ਰਹੇ ਨੇ, ਨਿਸ਼ਾਨ ਸਾਹਿਬ ਝੂਲ ਰਹੇ ਨੇ, ਸ਼ਾਹੀ ਠਾਠ ਹੈ ਪਾਤਸ਼ਾਹ ਦੇ ਪਾਤਸ਼ਾਹ ਦਾ। ਜਦੋਂ ਮਾਈ ਦੇ ਬਰਾਬਰ ਆਏ, ਘੋੜੇ ਦੀਆਂ ਵਾਗਾਂ ਖਿੱਚ ਲਈਆਂ, ਘੋੜਾ ਰੋਕ ਲਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਲਿਖਿਆ ਹੈ, ਫੇਰ ਤੁਰੰਗ ਨਿਕਟ ਤਿਸ ਗਮ ਨੇ। ਤੁਰੰਗ ਕਹਿੰਦੇ ਨੇ ਘੋੜੇ ਨੂੰ। ਘੋੜਾ ਮੋੜ ਕੇ ਮਾਈ ਦੇ ਕੋਲ ਚਲੇ ਗਏ ਸਤਿਗੁਰੂ ਹਰਿਰਾਏ ਸਾਹਿਬ। ਫੇਰ ਤੁਰੰਗ ਨਿਕਟ ਤਿਸ ਗਮ ਨੇ, ਅੰਤਰਜਾਮੀ ਕਰਿਓ ਉਚਾਰ। ਤੇ ਅੰਤਰਜਾਮੀ ਪਾਤਸ਼ਾਹ ਬੋਲੇ, ਹਮਕੋ ਛੁਦਾ ਲਗੀ ਦਿਓ ਮਾਈ, ਤਿਆਰ ਆਹਾਰ ਜੋ ਤੈ ਕਰ ਧਾਰ। ਮਾਈ ਸਾਨੂੰ ਬੜੀ ਭੁੱਖ ਲੱਗੀ ਹੈ, ਤੇਰੇ ਹੱਥ ਜੋ ਰੋਟੀ ਪ੍ਰਸ਼ਾਦਾ ਸਾਨੂੰ ਦੇ ਦੇ, ਅਸੀਂ ਖਾ ਲਈਏ। ਉਹ ਮਾਈ ਬਿਸਮਾਦ ਵਿੱਚ ਆ ਗਈ, ਕੰਬਦੇ ਹੱਥਾਂ ਨਾਲ। ਇੱਕ ਰੁਮਾਲ ਵਿੱਚ 2 ਰੋਟੀਆਂ ਲਪੇਟੀਆਂ ਸੀ, ਅੱਗੇ ਕੀਤੀਆਂ। ਘੋੜੇ 'ਤੇ ਚੜ੍ਹੇ ਪਾਤਸ਼ਾਹ ਪ੍ਰਸ਼ਾਦੇ ਲੈ ਕੇ ਹੱਥ ਵੀ ਨਹੀਂ ਧੋਏ ਤੇ ਉਸੇ ਤਰ੍ਹਾਂ ਹੀ ਛਕਣ ਲੱਗ ਪਏ। ਘੋੜੇ ਤੇ ਚੜ੍ਹਿਆਂ ਨੇ 2 ਪ੍ਰਸ਼ਾਦੇ ਛਕ ਕੇ ਬੜੇ ਆਨੰਦ, ਬੜੇ ਸਵਾਦ ਨਾਲ ਮਾਈ ਵੱਲ ਮਿਹਰ ਦੀ ਦ੍ਰਿਸ਼ਟੀ ਪਾਈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਿਨ ਕਉ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ।
ਘੋੜਾ ਤੋਰ ਕੇ ਸ਼ਿਕਾਰ ਖੇਡਣ ਚਲੇ ਗਏ। ਨਾਲ ਜਿਹੜੇ ਸਿੱਖ ਸਨ, ਸੇਵਾਦਾਰ ਸਨ, ਗੁਰੂ ਦੀ ਫੌਜ ਸੀ, ਸ਼ਸਤਰਧਾਰੀ ਜਵਾਨ ਘੋੜਸਵਾਰ, ਸਾਰੇ ਹੈਰਾਨ ਹੋ ਗਏ। ਉਹਨਾਂ ਦੇ ਮਨ ਵਿੱਚ ਖਿਆਲ ਆ ਗਿਆ ਕਿ ਗੁਰੂ ਸਾਹਿਬ ਘੋੜੇ 'ਤੇ ਚੜ੍ਹਦੇ ਨੇ, ਘੋੜੇ 'ਤੇ ਚੜ੍ਹਦਿਆਂ ਭੁੱਖ ਲੱਗ ਜਾਂਦੀ ਹੈ। ਜਿਨ੍ਹਾਂ ਨੂੰ ਘੋੜੇ ਚੜ੍ਹਨ ਦਾ ਤਜਰਬਾ, ਅਭਿਆਸ ਹੈ, ਉਹਨਾਂ ਨੂੰ ਪਤਾ ਹੈ ਵੀ ਘੋੜੇ 'ਤੇ ਭੁੱਖ ਛੇਤੀ ਲੱਗਦੀ, ਹਾਜ਼ਮਾ ਤੇਜ਼ ਹੋ ਜਾਂਦਾ। ਘੋੜ ਸਵਾਰਾਂ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਕੁਝ ਨਾ ਕੁਝ ਖਾਣਾ ਵੀ ਪੈਂਦਾ। ਅਤੇ ਗੁਰੂ ਸਾਹਿਬ ਜਵਾਨੀ ਦੀ ਉਮਰ ਹੈ, ਇੱਕ ਜਵਾਨੀ ਦੀ ਉਮਰ ਹੋਵੇ, ਇੱਕ ਘੋੜ ਸਵਾਰੀ ਹੋਵੇ, ਜਾਂ ਸਿਆਲ ਦੇ ਦਿਨ ਹੋਣ, ਭੁੱਖ ਵੱਧਦੀ ਹੈ। ਇਹ ਵਿਦਵਾਨਾਂ ਨੇ ਕਥਨ ਕੀਤਾ ਹੈ, ਬਹੁਤ ਕੁਝ ਗ੍ਰੰਥਾਂ 'ਚ ਲਿਖਿਆ ਹੋਇਆ। ਇੱਕ ਗੁਰੂ ਸਾਹਿਬ ਦੀ ਉਮਰ ਜਵਾਨੀ ਦੀ ਹੈ। ਸਾਧ ਸੰਗਤ ਜੀ, ਗੁਰੂ ਹਰਿਰਾਏ ਸਾਹਿਬ ਦੀ ਸਾਰੀ ਉਮਰ 31 ਸਾਲ ਹੋਈ ਹੈ। 31 ਸਾਲ ਦੀ ਉਮਰ 'ਚ ਮਹਾਰਾਜ ਸੱਚਖੰਡ ਚਲੇ ਗਏ। 14 ਸਾਲ ਦੀ ਉਮਰ 'ਚ ਗੁਰਤਾ ਗੱਦੀ 'ਤੇ ਬਿਰਾਜੇ। 17 ਸਾਲ ਗੁਰਿਆਈ ਗੱਦੀ ਨੂੰ ਸੁਸ਼ੋਭਿਤ ਕੀਤਾ। 31 ਸਾਲ ਦੀ ਉਮਰ ਵਿੱਚ ਸੱਚਖੰਡ ਪਿਆਨਾ ਕੀਤਾ। ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੀ ਉਮਰ ਜਵਾਨੀ ਦੀ ਜਾਣ ਕੇ ਅਤੇ ਘੋੜ ਸਵਾਰੀ ਦਾ, ਸਤਿਗੁਰਾਂ ਦਾ ਅਭਿਆਸ ਜਾਣ ਕੇ ਸਿੱਖਾਂ ਨੇ ਆਖਿਆ, ਆਪਾਂ ਨਾ ਗੁਰੂ ਸਾਹਿਬ ਦੇ ਵਾਸਤੇ ਵਧੀਆ ਲੰਗਰ ਬਣਾ ਕੇ ਨਾਲ ਲੈ ਚੱਲਣਾ ਕੱਲ੍ਹ ਨੂੰ। ਸਾਡੇ ਹੁੰਦਿਆਂ ਸਾਡਾ ਗੁਰੂ ਕਿਸੇ ਮਾਈ ਕੋਲੋਂ ਰੋਟੀਆਂ ਮੰਗੇ, ਉਸ ਮਾਈ ਨੇ ਪਤਾ ਨਹੀਂ ਇਸ਼ਨਾਨ ਕੀਤਾ ਸੀ ਕਿ ਨਹੀਂ, ਹੱਥ ਧੋਏ ਸੀ ਕਿ ਨਹੀਂ। ਪਾਤਸ਼ਾਹ ਐਡੇ ਦੀਨ ਦੁਨੀਆ ਦੇ ਮਾਲਕ ਨੇ, ਉਹਨਾਂ ਨੂੰ ਰੋਟੀ ਮੰਗਣੀ ਪੈ ਗਈ ਹੈ। ਸਿੱਖਾਂ ਨੇ ਆਪਣੀ ਬਿਰਤੀ ਨਾਲ ਅੰਦਾਜ਼ਾ ਲਾ ਲਿਆ। ਅਗਲੇ ਦਿਨ ਕਿਸੇ ਨੇ ਖੀਰ, ਕੜਾਹ, ਕਿਸੇ ਨੇ ਪੂੜੀਆਂ, ਵਧੀਆ ਦਾਲਾਂ ਸਬਜ਼ੀਆਂ, ਪ੍ਰਸ਼ਾਦੇ ਅਤੇ ਸਲਾਦ ਵਗੈਰਾ ਅਤੇ ਗੜਵੇ ਬਾਟੇ ਨਾਲ ਘੋੜਿਆਂ 'ਤੇ ਚੜ੍ਹ ਕੇ ਜਦੋਂ ਤੁਰੇ ਨਾ, ਉਹ ਜਿੱਥੇ ਕਿ ਜਿਹੜੇ ਕਿ ਬਾਜ਼ਾਰ 'ਚ ਗੁਰੂ ਸਾਹਿਬ ਨੇ ਮਾਈ ਤੋਂ ਰੋਟੀ ਮੰਗੀ ਸੀ, ਉੱਥੇ ਮਹਾਰਾਜ ਦਾ ਘੋੜਾ ਘੇਰ ਲਿਆ। ਅੱਗੋਂ ਦੀ ਹੋ ਕੇ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲਓ। ਲਓ ਮਹਾਰਾਜ, ਹੱਥ ਧੋਵੋ, ਮਹਾਰਾਜ ਆਹ ਲੰਗਰ ਛਕੋ। ਸਤਿਗੁਰੂ ਘੋੜੇ 'ਤੇ ਚੜ੍ਹੇ ਉਹਨਾਂ ਸਿੱਖਾਂ ਵੱਲ ਵੇਖ ਕੇ ਹੈਰਾਨ ਹੋ ਗਏ ਅਤੇ ਹੈਰਾਨੀ ਜੀ ਦੇ ਨਾਲ ਮੁਸਕਰਾ ਕੇ ਹੱਸ ਕੇ ਬੋਲੇ, ਸੁਨ ਸਤਿਗੁਰ ਹਰ ਖਾਏ ਬਖਾਨਿਓ। ਹਰ ਖਾਏ ਮੈਨੇ ਮੁਸਕਰਾ ਕੇ, ਖੁਸ਼ ਹੋ ਕੇ, ਸਮਝ ਗਏ ਭੋਲਿਆਂ ਸਿੱਖਾਂ ਦੀ ਗੱਲ। ਅਤੇ ਹਜ਼ੂਰ ਬੋਲੇ, ਬੇਮਰਯਾਦ ਆਹਾਰ ਤਿਆਰ। ਮਹਾਰਾਜ ਕਹਿੰਦੇ, ਬਿਨਾਂ ਮਰਿਆਦਾ ਦੇ, ਬਿਨਾਂ ਪਵਿੱਤਰਤਾ ਦੇ, ਬਿਨਾਂ ਸੋਚਦੇ, ਚਰੇ ਜਾਤ ਅਬ ਘੋਰੇ ਉੱਪਰ। ਅਸੀਂ ਘੋੜੇ 'ਤੇ ਚੜ੍ਹੇ ਜਾ ਰਹੇ ਹਾਂ। ਕੌਣ ਸਮੋ ਤੁਮ ਕਰਿਓ ਵਿਚਾਰ। ਤੁਸੀਂ ਸਾਡੀ ਰੋਟੀ ਦਾ ਕਿਹੜਾ ਟਾਈਮ ਨਿਯਤ ਕੀਤਾ? ਇਹ ਸਾਡੇ ਪ੍ਰਸ਼ਾਦੇ ਦਾ ਟਾਈਮ ਹੈ। ਸੁੱਚ ਜੁਤ ਹੋਏ ਪੁਨੀਤ ਅਸਨ ਜਬ। ਅਸਨ ਕਹਿੰਦੇ ਨੇ ਖਾਣਾ, ਸੁੱਚ ਕਹਿੰਦੇ ਪਵਿੱਤਰਤਾ ਦੇ ਨਾਲ। ਚੌਂਕੇ 'ਚ ਬਹਿ ਕੇ ਇਸ਼ਨਾਨ ਕਰਕੇ, ਭਾਂਡੇ ਸਾਫ ਸੁਥਰੇ ਹੋਣ, ਹੱਥ ਚੰਗੀ ਤਰ੍ਹਾਂ ਧੋਏ ਹੋਣ, ਵਧੀਆ ਤਰੀਕੇ ਨਾਲ ਬਹਿ ਕੇ ਰੋਟੀ ਖਾਈ ਦੀ ਹੈ ਕਿ ਘੋੜੇ 'ਤੇ ਬੈਠੇ ਰੋਟੀ ਖਾਈ ਦੀ ਹੈ? ਗੁਰੂ ਹਰਿਰਾਏ ਸਾਹਿਬ ਕਹਿੰਦੇ, ਸੁੱਚ ਜੁਤ ਹੋਏ ਪੁਨੀਤ ਅਸਨ ਜਬ, ਉਚਿਤ ਅਚਨ ਕੇ ਤਬ ਨਿਰਧਾਰ। ਤੁਹਾਨੂੰ ਸਿਆਣੇ ਹੋ, ਪਤਾ ਹੋਣਾ ਚਾਹੀਦਾ ਰੋਟੀ ਖਾਣ ਦੀ ਮਰਿਆਦਾ ਕੀ ਹੈ। ਘੋੜੇ 'ਤੇ ਪਰੇ ਕਰੋ ਰੋਟੀ। ਮਹਾਰਾਜ ਘੋੜਾ ਤੋਰ ਲਿਆ। ਉਹ ਸਿੱਖ ਹੈਰਾਨ ਹੋ ਗਏ। ਅਗਲੇ ਦਿਨ ਦੀਵਾਨ ਸਜਿਆ। ਉਹਨਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ਼ ਇੱਕ ਗੱਲ ਪੁੱਛਣੀ ਚਾਹੁੰਦੇ ਹਾਂ, ਸ਼ੰਕਾ ਹੈ। ਵਿਦਵਾਨਾਂ ਨੇ ਲਿਖਿਆ, ਜੇ ਸਿੱਖ ਨੂੰ ਕਿਸੇ ਗੱਲ ਦਾ ਸ਼ੰਕਾ ਹੋਵੇ, ਉਹਨੂੰ ਆਪਣੇ ਗੁਰੂ ਕੋਲੋਂ ਨਿਰਵਿਰਤ ਕਰਾ ਲੈਣਾ ਚਾਹੀਦਾ। ਔਰ ਸ਼ੰਕੇ ਨੂੰ ਬਹੁਤਾ ਚਿਰ ਆਪਣੇ ਅੰਦਰ ਨਹੀਂ ਰੱਖਣਾ ਚਾਹੀਦਾ। ਸ਼ੰਕਾ ਨਰਕਾਂ ਨੂੰ ਲੈ ਜਾਂਦਾ। ਔਰ ਗੁਰੂ 'ਤੇ ਤਾਂ ਸ਼ੰਕਾ ਕਰਨਾ ਹੀ ਨਹੀਂ ਚਾਹੀਦਾ।
महाराज आप किरपा करके साडे शंके की निर्वृत्ति करो। सतगुरु कहते पुछो भाई। कहते जी पुछना ये है भी आप जी घोड़े ते चढ़े जा रहे सी, बाजार दे विच एक खुंजे मैले जे कपड़ियां वाली माई खड़ी सी, पता नहीं वो इशनान उन्हें कीता सी कि नहीं, ਉਹਦੇ ਕੱਪੜੇ ਦੱਸ ਰਹੇ ਸਾਨੂੰ ਬੜੀ ਗਰੀਬਣੀ ਸੀ। ਉਹਦੇ ਹੱਥ ਵਿੱਚ 2 ਰੋਟੀਆਂ ਉਹਨੇ ਪਤਾ ਨਹੀਂ ਕਿਹਦੇ ਵਾਸਤੇ ਪਕਾਈਆਂ ਸੀ, ਤੇ ਤੁਸੀਂ ਉਹਦੇ ਕੋਲ ਚਲੇ ਗਏ ਤੇ ਆਪ ਜੀ ਨੇ ਆਖਿਆ ਵੀ ਮੈਨੂੰ ਭੁੱਖ ਬੜੀ ਲੱਗੀ, ਮਾਈ ਰੋਟੀ ਦੇ ਦੇ। ਉਸ ਮਾਈ ਦੇ ਹੱਥ ਦੀ ਰੁੱਖੀ ਰੋਟੀ ਬਿਨਾਂ ਸਬਜ਼ੀ, ਬਿਨਾਂ ਦਾਲ, ਬਿਨਾਂ ਹੱਥ ਧੋਇਆ, ਬਿਨਾਂ ਪੈਰਾਂ 'ਚੋਂ ਜੁੱਤੀ ਲਾਇਆ, ਬਿਨਾਂ ਘੋੜੇ ਤੋਂ ਉਤਰਿਆ ਤੁਸੀਂ ਘੋੜੇ 'ਤੇ ਬੈਠੇ ਬੈਠੇ ਖਾ ਲਈ। ਅਸੀਂ ਸੋਚਿਆ ਗਰੀਬ ਨਵਾਜ਼ ਨੂੰ ਭੁੱਖ ਲੱਗ ਜਾਂਦੀ ਹੈ, ਵਧੀਆ ਭੋਜਨ ਬਣਾ ਕੇ ਲੈ ਗਏ ਤੇ ਸਾਡੇ ਬਣਾਏ ਹੋਏ ਪਵਿੱਤਰ ਸੁੱਚੇ ਭੋਜਨ ਨੂੰ ਤੁਸੀਂ ਕਹਿ ਦਿੱਤਾ ਵੀ ਇਹ ਮਰਿਆਦਾ ਦੇ ਉਲਟ ਹੈ, ਇੱਦਾਂ ਨਹੀਂ ਲੰਗਰ ਛਕੀਦਾ ਘੋੜੇ 'ਤੇ ਬੈਠੇ ਬੈਠੇ। ਮਹਾਰਾਜ ਸਾਨੂੰ ਸਮਝ ਨਹੀਂ ਆਈ ਕਿ ਮਾਈ ਦਾ ਲੰਗਰ ਘੋੜੇ 'ਤੇ ਬੈਠੇ ਬੈਠੇ ਕਿਉਂ ਖਾ ਲਿਆ ਜੇ ਸਾਡਾ ਲੰਗਰ ਨਹੀਂ ਸੀ ਖਾਣਾ। ਤੇ ਪਾਤਸ਼ਾਹ ਕਹਿਣ ਲੱਗੇ ਉਹ ਗੁਰਮੁਖੋ ਉਹ ਤਾਂ ਪ੍ਰੇਮ ਦੀ ਖੇਡ ਹੈ, ਜਿੱਥੇ ਪ੍ਰੇਮ ਹੁੰਦਾ ਉਥੇ ਨੇਮ ਨਹੀਂ ਹੁੰਦਾ। ਪ੍ਰੇਮ ਤਹਾਂ ਨੇਮ ਕੈਸੋ ਸੁੰਦਰ ਕਹਿਤ ਯਹ ਪ੍ਰੇਮ ਹੀ ਕੀ ਬਾਤ ਹੈ। ਸੁੰਦਰ ਬਿਲਾਸ ਦੇ ਲਿਖਾਰੀ ਸੰਤ ਸੁੰਦਰਦਾਸ ਜੀ ਬਹੁਤ ਵਿਦਵਾਨ ਹੋਏ ਨੇ। ਉਹ ਕਹਿੰਦੇ ਜਿੱਥੇ ਪ੍ਰੇਮ ਹੈ ਨਾ ਉਥੇ ਨੇਮ ਨਹੀਂ। ਪ੍ਰੇਮ ਦੀ ਖੇਡ ਪਰੇ ਹੈ, ਪਰ ਨੇਮ ਮਰਿਆਦਾ ਆਪਣੀ ਥਾਂ 'ਤੇ ਹੈ, ਜ਼ਰੂਰੀ ਹੈ। ਉਹ ਵੀ ਮਰਿਆਦਾ ਵੀ ਨਹੀਂ ਛੱਡਣੀ, ਅਸੀਂ ਮਰਿਆਦਾ ਦਾ ਵੀ ਉਲੰਘਣ ਨਹੀਂ ਕਰਨਾ। ਥਾਂ ਥਾਂ 'ਤੇ ਨਹੀਂ ਅਸੀਂ ਖਾਈ ਜਾਣਾ, ਪਰ ਉੱਥੇ ਪਿਆਰ ਸੀਗਾ। ਜਿੱਥੇ ਪਿਆਰ ਹੈ ਉੱਥੇ ਮਰਿਆਦਾ ਥੱਲੇ ਰਹਿ ਜਾਂਦੀ ਹੈ ਅਤੇ ਗੱਲ ਉੱਤੇ ਚਲੀ ਜਾਂਦੀ ਹੈ। ਸਤਿਗੁਰੂ ਨੇ ਆਪਣੇ ਪਿਆਰਿਆਂ ਨੂੰ ਇੰਨਾ ਪਿਆਰ ਕੀਤਾ ਕਿ ਉਹਨਾਂ ਦੇ ਹੱਥ ਦੀਆਂ ਰੋਟੀਆਂ ਰੁੱਖੀਆਂ ਵੀ ਬੜੇ ਆਨੰਦ ਨਾਲ ਖਾ ਲਈਆਂ। ਅਤੇ ਪਰ ਜਿੱਥੇ ਸਾਧ ਸੰਗਤ ਜੀ ਪਿਆਰ ਨਹੀਂ ਹੈ, ਵਿਖਾਵਾ ਹੀ ਹੈ, ਉੱਥੇ ਸੱਚੇ ਪਾਤਸ਼ਾਹ ਰੀਝੇ ਨਹੀਂ।